ਧੰਨ ਵਾਹਿਗੁਰੂ ਜੀ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ। ਮਾਥੈ ਛਤਰ ਧਰੈ, ਜਾਕੀ ਛੋਤ ਜਗਤ ਕੋ ਲਾਗੈ। ਤਾਂ ਪਰ ਤੂੰ ਹੀ ਠਹਰੈ, ਨੀਚਾ ਊਚ ਕਰੈ ਮੇਰਾ ਗੋਬਿੰਦ। ਕਾਹੂ ਤੇ ਨਾ ਡਰੈ, ਨਾਮ ਦੇਵ ਕਬੀਰ ਤ੍ਰਿਲੋਚਨ ਸਦਨਾ ਸੈਨ ਤਰੈ। ਕਹਿ ਰਬਦਾਸ ਸੁਨੋ ਰੇ ਸੰਤੋ, ਹਰ ਜਿਉ ਤੇ ਸਭੈ ਸਰੈ। ਕਹਿ ਰਬਦਾਸ ਸੁਣੋ ਰੇ ਸੰਤੋ, ਹਰ ਜਿਉ ਤੇ ਸਭੈ ਸਰੈ। ਪਰਮ ਸਨਮਾਨਯੋਗ ਜੁਗ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਾਕ ਹਜ਼ੂਰੀ ਵਿੱਚ ਸਭਾਏਮਾਨ ਹੋਏ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ। ਅੰਮ੍ਰਿਤ ਵੇਲੇ ਗੁਰੂ ਘਰ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਭਗਤਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਵਿਚਾਰ ਅਧੀਨ ਅੱਜ ਬਿਲਾਵਲ ਰਾਗ ਦਾ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਦੂਜਾ ਸ਼ਬਦ, ਜਿਸ ਦੀ ਵਿਚਾਰ ਕਰਾਂਗੇ। ਜਿਹ ਕੁਲ ਸਾਧ ਵੈਸਨੋ ਹੋਏ, ਬਰਨ ਅਬਰਨ ਰੰਕ ਨਹੀਂ ਈਸ਼ਰ। ਵਿਮਲ ਵਾਸ ਜਾਨੀਐ ਜਗ ਸੋਏ ਰਹਾਓ। ਇਹ ਸ਼ਬਦ ਹੈ। ਆਓ ਇਸਦਾ ਪਹਿਲਾਂ ਮੂਲ ਪਾਠ ਕਰਦੇ ਹਾਂ, ਫਿਰ ਜੋ ਵਿਚਾਰ ਇਸ ਸ਼ਬਦ ਰਾਹੀਂ ਭਗਤ ਜੀ ਨੇ ਸਾਨੂੰ ਦ੍ਰਿੜ ਕਰਾਏ ਹਨ, ਉਹਨਾਂ ਵਿਚਾਰਾਂ ਨਾਲ ਜੁੜਾਂਗੇ। ਮਨੋਬਿਰਤੀਆਂ ਇਕਾਗਰ ਕਰੋ, ਪ੍ਰੇਮ ਸਹਿਤ ਗੁਰਫਤਿਹ ਦੀ ਸਾਧਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਬਿਲਾਵਲ ਜਿਹ ਕੁਲ ਸਾਧ ਵੈਸਨੋ ਹੋਏ, ਜੇ ਕੁਲ ਸਾਧ ਵੈਸਨੋ ਹੋਏ। ਬਰਨ ਅਬਰ ਰੰਕ ਨਹੀਂ ਈਸ਼ਰ, ਬਰਨ ਅਬਰਨ ਰੰਕ ਨਹੀਂ ਈਸ਼ਰ। ਵਿਮਲ ਬਾਸ ਜਾਨੀਐ ਜਗ ਸੋਏ, ਵਿਮਲ ਬਾਸ ਜਾਨੀਐ ਜਗ ਸੋਏ ਰਹਾਉ। ਰਹਾਉ। ਬ੍ਰਾਹਮਣ ਬੈਸ ਸੂਦ ਅਰ ਖਤਰੀ, ਬ੍ਰਾਹਮਣ ਬੈਸ ਸੂਦ ਅਰ ਖਤਰੀ। ਲੋਮ ਚੰਡਾਰ ਮਲੇਛ ਮਨ ਸੋਏ, ਲੋਮ ਚੰਡਾਰ ਮਲੇਛ ਮਨ ਸੋਏ। ਹੋਏ ਪੁਨੀਤ ਭਗਵੰਤ ਭਜਨ ਤੇ, ਹੋਏ ਪੁਨੀਤ ਭਗਵੰਤ ਭਜਨ ਤੇ। ਆਪ ਤਾਰ ਤਾਰੇ ਕੁਲ ਦੋਏ, ਆਪ ਤਾਰ ਤਾਰੇ ਕੁਲ ਦੋਏ। ਤਨ ਸੋ ਗਾਉ ਤਨ ਸੋ ਠਾਉ, ਧਨ ਸੋ ਗਾਉ ਧਨ ਸੋ ਠਾਉ। ਤਨ ਪੁਨੀਤ ਕੁਟੰਬ ਸਭ ਲੋਏ, ਧਨ ਪੁਨੀਤ ਕੁਟੰਬ ਸਭ ਲੋਏ। ਜਿਨ ਪਿਆ ਸਾਰ ਰਸ ਤਜੇ ਆਨ ਰਸ, ਜਿਨ ਪੀਆ ਸਾਰ
ਰਸ ਤਜੇ ਆਨ ਰਸ। ਹੋਏ ਰਸ ਮਗਨ ਡਾਰੇ ਵਿਖ ਖੋਏ। ਹੋਏ ਰਸ ਮਗਨ ਡਾਰੇ ਬਿਖ ਖੋਏ। ਪੰਡਤ ਸੂਰ ਛਤਰਪਤ ਰਾਜਾ। ਪੰਡਤ ਸੂਰ ਛਤਰਪਤ ਰਾਜਾ। ਭਗਤ ਬਰਾਬਰ ਔਰ ਨ ਕੋਏ। ਭਗਤ ਬਰਾਬਰ ਔਰ ਨ ਕੋਏ। ਜੈਸੇ ਪੁਰੇਨ ਪਾਤ ਰਹੇ ਜਲ ਸਮੀਪ। ਜੈਸੇ ਪੁਰੇਨ ਪਾਤ ਰਹੇ ਜਲ ਸਮੀਪ। ਪਨ ਰਵਿਦਾਸ ਜਨਮੇ ਜਗ ਓਏ। ਪਨ ਰਵਿਦਾਸ ਜਨਮੇ ਜਗ ਓਏ। ਪੰਡਤ ਸੂਰ ਛਤਰਪਤ ਰਾਜਾ। ਪੰਡਿਤ ਸੂਰ ਛਤਰਪਤ ਰਾਜਾ। ਭਗਤ ਬਰਾਬਰ ਔਰ ਨ ਕੋਏ। ਭਗਤ ਬਰਾਬਰ ਔਰ ਨ ਕੋਏ। ਜੈਸੇ ਪ੍ਰੇਨ ਪਾਤ ਰਹੇ ਜਲ ਸਮੀਪ। ਜੈਸੇ ਪੁਰੇਨ ਪਾਤ ਰਹੇ ਜਲ ਸਮੀਪ। ਪਨ ਰਵਿਦਾਸ ਜਨਮੇ ਜਗ ਓਏ। ਪਨ ਰਵਿਦਾਸ ਜਨਮੇ ਜਗ ਓਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਸ਼ਬਦ ਰਾਹੀਂ ਭਗਤ ਰਵਿਦਾਸ ਜੀ ਆਖ ਰਹੇ ਨੇ, ਜੇ ਕੁਲ ਸਾਧ ਵੈਸ਼ਨੋ ਹੋਏ। ਆਖਣ ਲਈ ਜਿਸ ਕਿਸੇ ਵੀ ਕੁਲ ਵਿੱਚ ਪਰਮਾਤਮਾ ਦਾ ਭਗਤ ਜੰਮ ਪਏ, ਸਾਧ ਦਾ ਇੱਥੇ ਭਗਤ ਨਾਲ ਹੈ, ਪ੍ਰਭੂ ਪ੍ਰੇਮੀ ਦੇ ਨਾਲ ਹੈ, ਜਿਹੜਾ ਪ੍ਰਭੂ ਨੂੰ ਪਿਆਰ ਕਰਦਾ ਹੈ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ। ਸਾਧ ਅੱਖਰ ਇੱਥੇ ਕਿਤੇ ਪਖੰਡੀ ਵਾਸਤੇ ਨਹੀਂ ਹੈ, ਭਾਵ ਕਿ ਜਿਹੜਾ ਰੱਬ ਦਾ ਪਿਆਰਾ ਹੋ ਜਾਂਦਾ ਹੈ, ਜਿਹੜਾ ਰੱਬ ਦੀ ਬੰਦਗੀ ਕਰਦਾ ਹੈ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਉਸ ਵਾਸਤੇ ਇੱਥੇ ਭਗਤ ਰਵਿਦਾਸ ਜੀ ਨੇ ਸਾਧ ਅੱਖਰ ਵਰਤੇ ਹੈ। ਨਹੀਂ ਤਾਂ ਸਾਧ ਤਾਂ ਇੱਕ ਫਿਰਕਾ ਵੀ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਹਰਿਦੁਆਰ ਵਿੱਚ ਜਾਂਦੇ ਹਨ ਅਤੇ ਉੱਥੇ ਗੁਰੂ ਸਾਹਿਬ ਜੀ ਨੂੰ ਵੈਸ਼ਨੂ ਸਾਧ ਮਿਲਦਾ ਹੈ, ਪਰ ਉਸਦਾ ਜੀਵਨ ਕਰਮ ਕਾਂਡੀ ਹੈ, ਛੂਤ-ਛਾਤ ਦੇ ਭਰਮਾਂ ਨਾਲ ਭਰਿਆ ਹੋਇਆ ਹੈ। ਉਹ ਬਾਹਰ ਦੀ ਕਿਰਿਆ ਦੇ ਉੱਤੇ ਜ਼ੋਰ ਦਿੰਦਾ ਹੈ। ਉਹ ਪਰਮਾਤਮਾ ਦੀ ਭਗਤੀ ਤੋਂ, ਸੱਚੀ ਭਗਤੀ ਤੋਂ ਵਿਹੂਣਾ ਹੈ। ਔਰ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਉਸਦੇ ਕੋਲ ਭੇਜਿਆ, ਤਾਂ ਪਿਆਰ ਵਾਲਿਓ ਉਹ ਕਲਪ ਜਾਂਦਾ ਹੈ ਕਿ ਇੱਕ ਅਛੂਤ ਦਾ ਪਰਛਾਵਾਂ ਮੇਰੇ ਚੋਕੇ ਵਿੱਚ ਪੈ ਜਾਂਦਾ ਹੈ। ਉਹ ਜਦੋਂ ਭਾਈ ਮਰਦਾਨਾ ਕਹਿੰਦਾ ਵੀ ਸਾਨੂੰ ਅੱਗ ਦੀ ਲੋੜ ਹੈ, ਅਸੀਂ ਵੀ ਭੋਜਨ ਤਿਆਰ ਕਰਨਾ, ਬਸ ਭਾਈ ਮਰਦਾਨੇ ਦੇ ਕੱਪੜੇ ਵੇਖ ਕੇ, ਅਛੂਤ ਜਾਣ ਕੇ ਔਰ ਕਲਪਿਆ ਹੋਇਆ ਵੈਸ਼ਨੂ ਸਾਧ ਭਾਈ ਮਰਦਾਨੇ ਨੂੰ ਮਾਰਨ ਵਾਸਤੇ ਬਲਦੀ ਹੋਈ ਲੱਕੜ ਨੂੰ ਚੁੱਲ੍ਹੇ ਵਿੱਚੋਂ ਕੱਢਦਾ ਅਤੇ ਭਾਈ ਮਰਦਾਨੇ ਨੂੰ ਮਾਰਨ ਵਾਸਤੇ ਦੌੜ ਪੈਂਦਾ ਹੈ। ਹੁਣ ਭਾਈ ਮਰਦਾਨਾ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਭੇਜਿਆ ਸੀ, ਦੌੜਿਆ, ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਜਾ ਕੇ ਖੜ ਗਿਆ, ਮਹਾਰਾਜ ਤੁਸੀਂ ਤਾਂ ਅੱਗ ਲੈਣ ਵਾਸਤੇ ਭੇਜਿਆ ਸੀ ਅਤੇ ਇਹ ਤਾਂ ਮੈਨੂੰ ਮਾਰਨ ਵਾਸਤੇ ਦੌੜ ਰਿਹਾ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਵੈਸ਼ਨੋ ਸਾਧ, ਅਸੀਂ ਤਾਂ ਤੁਹਾਡੇ ਕੋਲ ਭਾਈ ਮਰਦਾਨੇ ਨੂੰ ਭੇਜਿਆ ਸੀ ਅੱਗ ਲੈਣ ਵਾਸਤੇ, ਤੁਸੀਂ ਕਿਉਂ ਖੇਚਲ ਕੀਤੀ ਹੈ ਕਿ ਆਪ ਹੀ ਅੱਗ ਲੈ ਕੇ ਆ ਗਏ ਹੋ? ਹੋਰ ਔਖਾ ਹੋ ਗਿਆ, ਕਿਉਂਕਿ ਅੱਗੇ ਸੜਿਆ ਹੋਇਆ ਸੀ। ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਨਿਮਰਤਾ ਵਿੱਚ ਆਖਿਆ ਵੀ ਵੈਸ਼ਨੋ ਸਾਧ ਜੀ, ਤੁਸੀਂ ਆਪ ਕਿਉਂ ਖੇਚਲ ਕੀਤੀ? ਕਹਿਣ ਲੱਗਾ, ਇਸਨੇ ਮੇਰਾ ਚੋਕਾ ਭ੍ਰਸ਼ਟ ਕਰ ਦਿੱਤਾ, ਸਵੇਰ ਦਾ ਲੱਗਿਆ ਹੋਇਆ ਅਤੇ ਮੇਰਾ ਕੀਤਾ ਹੋਇਆ ਕਰਮ ਸਾਰਾ ਵਿਅਰਥ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਜਿਹੜਾ ਭਾਈ ਮਰਦਾਨਾ ਤੇਰੇ ਚੌਕੇ ਵਿੱਚ ਗਿਆ, ਉਸ ਦੇ ਨਾਲ ਤੇਰਾ ਜੀਵਨ ਭ੍ਰਸ਼ਟ ਨਹੀਂ ਹੋਇਆ। ਕਦੀ ਆਪਣੇ ਜੀਵਨ ਅੰਦਰ ਤੂੰ ਝਾਤ ਮਾਰੀ ਨਹੀਂ, ਤੂੰ ਆਪਣੇ ਵੱਲ ਵੇਖ ਤਾਂ ਸਹੀ। ਤੇਰੇ ਜੀਵਨ ਅੰਦਰ ਕੁੱਦਿਆ ਕਸਾਇਨ, ਪਰ ਨਿੰਦਾ ਕਠ ਚੂੜੀ, ਮੁੱਠੀ ਕਰੋੜ ਚੰਡਾਲ, ਕਾਰੀ ਕੱਢੀ ਕਿਆਥੀਆਂ, ਜਾਂ ਚਾਰੇ ਬੈਠਿਆਂ ਨਾਲ। ਕਦੇ ਆਪਣੇ ਅੰਦਰ ਝਾਤ ਮਾਰ ਕੇ ਵੇਖ, ਤੇਰੇ ਅੰਦਰ ਕਿੰਨਾ ਕਬਾੜ ਇਕੱਠਾ ਹੋਇਆ ਹੈ।
ਭਾਵ ਕਿ ਕਿਸੇ ਦੇ ਉੱਤੇ ਦਇਆ ਨਾ ਕਰਨੀ। ਉਹ ਇਸ ਤਰ੍ਹਾਂ ਹੈ ਜਿਵੇਂ ਕਿ ਕੋਈ ਪਸ਼ੂ ਵੱਢਣ ਵਾਲਾ ਹੁੰਦਾ, ਉਹ ਦਇਆ ਨਹੀਂ ਕਰਦਾ। ਉਹ ਤੇਰੀ ਅੰਦਰ ਕਸਾਇਨ ਬਿਰਤੀ ਤੇਰੇ ਅੰਦਰ ਬੈਠੀ ਹੋਈ ਹੈ। ਕੁਦਿਆ ਕਸਾਇਨ ਪਰ ਨਿੰਦਾ ਘੜ ਚੂੜੀ, ਪਰਾਈ ਨਿੰਦਾ ਘੜ ਦੇ ਵਿੱਚ ਚੂੜੀ ਬੈਠੀ ਹੋਈ ਹੈ। ਜਿਵੇਂ ਕਿ ਉਹ ਗਲਿਆਰਾਂ ਵਿੱਚੋਂ ਗੰਦਮੰਦ ਸਾਫ਼ ਕਰਦੀ ਹੈ, ਤੂੰ ਨਿੰਦਾ ਕਰਕੇ ਲੋਕਾਂ ਦੇ ਅੰਦਰ ਤਾਂ ਗੰਦਮੰਦ ਸਾਫ਼ ਕਰਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਇਹ ਤੇਰੇ ਜੀਵਨ ਦਾ ਕਿਰਦਾਰ ਬਣਿਆ ਹੋਇਆ, ਇਹ ਤੇਰਾ ਜੀਵਨ ਹੈ। ਔਰ ਤੂੰ ਆਪਣੇ ਆਪ ਨੂੰ ਸਾਧ ਅਖਵਾਉਂਦਾ, ਵੈਸ ਨੂੰ ਅਖਵਾਉਂਦਾ। ਇਹ ਸਾਧ ਦੇ ਲੱਛਣ ਨਹੀਂ ਹਨ, ਇਹ ਭਗਤ ਦੇ ਲੱਛਣ ਨਹੀਂ ਹਨ। ਭਗਤੀ ਕਰਨ ਵਾਲਾ ਤਾਂ ਪਵਿੱਤਰ ਹੋਣਾ ਚਾਹੀਦਾ ਹੈ, ਜਿਸ ਦੇ ਅੰਦਰ ਇਹ ਕੂੜ ਕਵਾੜਾ ਨਾ ਹੋਵੇ। ਪਰ ਨਿੰਦਿਆ ਕੱਢ ਚੂੜੀ ਮੁੱਠੀ ਕ੍ਰੋਧ ਚੰਡਾਲ, ਤੇਰੇ ਅੰਦਰ ਚੰਡਾਲਨ ਬੈਠੀ ਹੋਈ ਹੈ, ਜਿਹੜਾ ਕ੍ਰੋਧ ਗੁੱਸੇ ਵਿੱਚ ਆ ਕੇ ਭਾਈ ਮਰਦਾਨੇ ਨੂੰ ਮਾਰ ਦੇਣਾ ਚਾਹੁੰਦਾ ਹੈ, ਅੱਗ ਲਾ ਕੇ ਸਾੜ ਦੇਣਾ ਚਾਹੁੰਦਾ ਹੈ। ਇਹ ਤੇਰੇ ਅੰਦਰ ਕ੍ਰੋਧ ਚੰਡਾਲਨ ਬੈਠੀ ਹੋਈ ਹੈ। ਔਰ ਤੂੰ ਦੇਖ, ਸਵੇਰ ਦਾ ਉੱਠਿਆ, ਮੈਂ ਵੀ ਤੇਰੇ ਕਰਮ ਚੰਗੀ ਤਰ੍ਹਾਂ ਵਾਚ ਕਰ ਰਿਹਾ। ਤੂੰ ਕਦੀ ਪੋਚੇ ਮਾਰਦਾ, ਕਦੀ ਲਕੀਰਾਂ ਖੇਡਦਾ ਹੈ, ਬੜਾ ਕੁਛ ਕਰਦਾ ਹੈ। ਪਰ ਇੱਕ ਗੱਲ ਦੱਸ, ਕਾਰੀ ਕੱਢੀ ਕਿਆ ਥੀ ਹੈ ਜਦ ਚਾਰੇ ਬੈਠਿਆਂ ਨਾਲ। ਜੇ ਤੂੰ ਕਾਰਾਂ ਕੱਢ ਲਈਆਂ ਔਰ ਇਹਨਾਂ ਚਾਰਾਂ ਨਾਲ ਤੂੰ ਨਫ਼ਰਤ ਕਰਦਾ ਹੈ, ਪਰ ਇਹ ਤਾਂ ਤੇਰੇ ਹਿਰਦੇ 'ਚ ਬੈਠੀਆਂ ਚਾਰੇ ਬਿਰਤੀਆਂ। ਸਰੀਰਾਂ ਨਾਲ ਤੂੰ ਨਫ਼ਰਤ ਕਰਦਾ ਹੈ। ਤੂੰ ਭਾਈ ਮਰਦਾਨੇ ਨੂੰ ਮਾੜਾ ਕਹਿ ਰਿਹਾ ਕਿ ਤੂੰ ਮਿਰਾਸੀ ਹੈ, ਔਰ ਮਿਰਾਸੀ ਨੀਵੀਂ ਜਾਤ ਹੈ। ਔਰ ਪਰ ਤੇਰੇ ਅੰਦਰ ਤਾਂ ਉਹ ਬਿਰਤੀ ਅੰਦਰ ਬੈਠੀ ਹੋਈ ਹੈ। ਉਸ ਵੇਲੇ ਫਿਰ ਉਹਨੂੰ ਸਮਝ ਆਈ ਜੀਵਨ ਦੀ ਕਿ ਜਿਹੜਾ ਸਾਧ ਹੈ ਉਹਦਾ ਅਰਥ ਹੀ ਭਗਤੀ ਕਰਨਾ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਨਾ ਹੈ। ਅਤੇ ਪਰਮਾਤਮਾ ਦੀ ਸਿਫਤ ਸਲਾਹ ਉਸ ਹਿਰਦੇ ਵਿੱਚ ਟਿਕੇਗੀ ਜਿਸ ਹਿਰਦੇ ਵਿੱਚ ਵੈਰ ਵਿਰੋਧ ਨਹੀਂ ਹੋਏਗਾ। ਇਹਨੂੰ ਗੁਰੂ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਨੇ ਆਖਿਆ, ਜਬ ਧਾਰੈ ਕੋ ਵੈਰੀ ਮੀਤ ਤਬ ਲਗ ਨਿਹਚਲ ਨਾਹੀਂ ਚੀਤ। ਜਦੋਂ ਕਿਸੇ ਨੂੰ ਅਸੀਂ ਵੈਰੀ ਬਣਾਉਂਦੇ ਹਾਂ ਤਾਂ ਚਿੱਤ ਵੈਰੀ ਚਲਾ ਜਾਂਦਾ ਹੈ, ਇਹਨੂੰ ਮਿੱਤਰ ਬਣਾਉਂਦੇ ਹਾਂ ਚਿੱਤ ਮਿੱਤਰ ਵਿੱਚ ਚਲਾ ਜਾਂਦਾ ਹੈ, ਕਦੀ ਟਿਕਦਾ ਨਹੀਂ ਹੈ। ਇਹ ਖਿਆਲ ਰੱਖਿਓ। ਭਗਤ ਉਹ ਹੈ ਜਿਹੜਾ ਨਾ ਕਿਸੇ ਨੂੰ ਵੈਰੀ ਬਣਾਉਂਦਾ, ਨਾ ਕਿਸੇ ਨੂੰ ਮਿੱਤਰ ਬਣਾਉਂਦਾ, ਉਹੀ ਭਗਤੀ ਕਰ ਸਕਦਾ ਹੈ, ਕਿਉਂਕਿ ਉਸਦੇ ਵਾਸਤੇ ਸਾਰੇ ਇੱਕ ਹੋ ਜਾਂਦੇ ਹਨ। ਐਸਾ ਭਗਤ ਜਿਸ ਦੀ ਨਜ਼ਰ ਵਿੱਚ ਸਾਰੇ ਇੱਕ ਬਰਾਬਰ ਹਨ, ਕੋਈ ਉੱਚੀ ਜਾਤ ਨਹੀਂ, ਕੋਈ ਨੀਵੀਂ ਜਾਤ ਨਹੀਂ। ਭਗਤ ਰਵਿਦਾਸ ਜੀ ਕਹਿੰਦੇ, ਐਸਾ ਭਗਤ ਜੇ ਕਿਸੇ ਦੇ ਕੁਲ ਵਿੱਚ ਜੰਮ ਪਏ, ਜੇ ਕੁਲ ਸਾਧ ਵੈਸ਼ਨੋ ਹੋਏ, ਜਿਸ ਕਿਸੇ ਦੇ ਕੁਲ ਵਿੱਚ ਪਰਮਾਤਮਾ ਦਾ ਭਗਤ ਜੰਮ ਪਏ, ਕਹਿੰਦੇ ਬਰਨ ਅਵਰਨ ਰੰਕ ਨਹੀਂ ਈਸ਼ਵਰ, ਵਿਮਲ ਵਾਸ ਜਾਨੀਏ ਜਗ ਸੋਏ। ਆਖਣ ਲੱਗੇ ਉਹ ਚੰਗੀ ਜਾਤ ਦਾ ਹੈ, ਭਾਵੇਂ ਨੀਵੀਂ ਜਾਤ ਦਾ ਹੈ, ਚਾਹੇ ਕੰਗਾਲ ਹੈ, ਚਾਹੇ ਧਨਾੜ ਹੈ। ਭਾਵ ਕਿ ਉਸਦੀ ਜਾਤ ਤੇ ਧਨ ਆਦਿਕ ਦਾ ਜ਼ਿਕਰ ਹੀ ਨਹੀਂ ਛੱਡਦਾ। ਫਿਰ ਉਹ ਜਗਤ ਵਿੱਚ ਨਿਰਮਲ ਸੰਤਾਂ ਵਾਲਾ ਮਸ਼ਹੂਰ ਹੋ ਜਾਂਦਾ ਹੈ, ਨਿਰਮਲ ਜੀਵਨ ਵਾਲਾ ਪ੍ਰਗਟ ਹੋ ਜਾਂਦਾ ਹੈ। ਉਸਦਾ ਬੜਾ ਜੀਵਨ ਨਿਰਮਲ ਹੈ। ਉਸਦੀ ਕੋਈ ਜਾਤ ਨਹੀਂ ਪੁੱਛਦਾ, ਕੋਈ ਧਨ ਨਹੀਂ ਪੁੱਛਦਾ, ਗਰੀਬੀ ਅਮੀਰੀ ਨਹੀਂ ਪੁੱਛਦਾ। ਉਹ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਜਾਂਦਾ ਹੈ। ਜਦੋਂ ਕਿਸੇ ਦੇ ਜੀਵਨ ਵਿੱਚ ਸੱਚ ਪ੍ਰਗਟ ਹੋ ਜਾਏ, ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਪ੍ਰਗਟ ਹੋ ਜਾਏ। ਜਦੋਂ ਤੱਕ ਭਗਤੀ ਨਹੀਂ ਹੈ ਉਦੋਂ ਤੱਕ ਮਨੁੱਖ ਵੰਡਿਆ ਹੋਇਆ ਹੈ। ਪਰ ਜਿਸ ਦੇ ਹਿਰਦੇ ਵਿੱਚ ਰੱਬੀ ਗਿਆਨ ਪ੍ਰਗਟ ਹੋ ਗਿਆ, ਉਸ ਗਿਆਨਵਾਨ ਮਨੁੱਖ ਵਾਸਤੇ ਉਹਦਾ ਜਿਹੜਾ ਜੀਵਨ ਹੈ ਸਾਰਿਆਂ ਵਾਸਤੇ ਇੱਕੋ ਜਿਹਾ ਹੈ। ਭਾਵ ਕਿ ਉਹ ਸਾਰਿਆਂ ਦੇ ਨਜ਼ਰ ਦੇ ਵਿੱਚ ਇੱਕੋ ਜਿਹਾ। ਫਿਰ ਉਹ ਲੋਕ ਨਹੀਂ ਦੇਖਦੇ ਇਹ ਧਨਵਾਨ ਹੈ, ਗਰੀਬ ਹੈ, ਅਮੀਰ ਹੈ, ਨੀਚੀ ਜਾਤ ਦਾ, ਉੱਚੀ ਜਾਤ ਦਾ। ਭਗਤ ਰਵਿਦਾਸ ਜੀ ਕਹਿੰਦੇ ਨੇ, ਉਸ ਸੰਸਾਰ ਦੇ ਵਿੱਚ ਸੰਤ ਬਣ ਕੇ, ਗੁਰਮੁਖ ਬਣ ਕੇ ਮਸ਼ਹੂਰ ਹੋ ਜਾਂਦਾ ਹੈ। ਭਾਵ ਕਿ ਨਿਰਮਲ ਸੋਭਾ ਵਾਲਾ ਬਣ ਜਾਂਦਾ। ਉਹਦੀ ਸੋਭਾ ਚਾਰੇ ਪਾਸੇ ਨਿਰਮਲ ਹੁੰਦੀ ਹੈ। ਫਿਰ ਕੋਈ ਉਹਨੂੰ ਯਾਦ ਕਰਕੇ ਨਹੀਂ ਪੁੱਛਦਾ ਵੀ ਕਿਹੜੀ ਜਾਤ ਦਾ, ਕਿਹੜੇ ਵਰਨ ਦਾ, ਕਿਹੜੀ ਕੁਲ ਦਾ, ਗਰੀਬ ਹੈ ਜਾਂ ਅਮੀਰ ਹੈ। ਫਿਰ ਉਸਦੀ ਜਿਹੜੀ ਸੋਭਾ ਉਸਦੀ ਨਿਰਮਲਤਾ ਕਰਕੇ ਹੁੰਦੀ, ਉਸਦੀ ਪਵਿੱਤਰਤਾ ਕਰਕੇ ਹੁੰਦੀ ਹੈ, ਕਿਉਂਕਿ ਉਹ ਰੱਬ ਦਾ ਰੂਪ ਹੋ ਜਾਂਦਾ ਹੈ, ਰੱਬ ਦੀ ਤਰ੍ਹਾਂ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਹੈ। ਫਿਰ ਕਹਿਣ ਲੱਗੇ, ਬ੍ਰਾਹਮਣ ਵੈਸ ਸੂਦ ਅਰ ਖੇਤਰੀ, ਡੋਰ ਚੰਡਾਰ ਮਲੇਛ ਮਨ ਸੋਏ। ਆਖਣ ਲੱਗੇ ਕੋਈ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਕਹਿੰਦੇ ਨੇ ਡੂਮ ਚੰਡਾਲ ਜਾਂ ਮਲੀਨ ਮਨ ਵਾਲਾ ਹੋਵੇ, ਕਹਿੰਦੇ ਪਰਮਾਤਮਾ ਦੇ ਭਜਨ ਦੇ ਨਾਲ ਮਨੁੱਖ ਪਵਿੱਤਰ ਹੋ ਜਾਂਦਾ ਹੈ। ਉਹਦੀ ਜਾਤ ਕੋਈ ਵੀ ਹੋਵੇ,
ਜਾਤ ਨਾਲ ਸੰਬੰਧ ਨਹੀਂ ਹੈ। ਪਰਮਾਤਮਾ ਦੀ ਬੰਦਗੀ ਦਾ ਕਿਸੇ ਜਾਤ ਵਰਨ ਨਾਲ ਸੰਬੰਧ ਨਹੀਂ ਹੈ। ਜਿਹੜਾ ਵੀ ਬੰਦਗੀ ਕਰੇਗਾ, ਚਹੁ ਵਰਨਾ ਮੈਂ ਜਪੈ ਕੋ ਨਾਮ, ਚਹੁ ਵਰਨਾ ਵਿੱਚ ਕੋਈ ਵੀ ਨਾਮ ਜਪੇਗਾ ਉਹਦਾ ਜੀਵਨ ਪਵਿੱਤਰ ਹੋ ਜਾਏਗਾ। ਗੱਲ ਤਾਂ ਨਾਮ ਨਾਲ ਜੁੜਨ ਦੀ ਹੈ, ਰੱਬੀ ਗਿਆਨ ਨਾਲ ਜੁੜਨ ਦੀ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ, ਭਾਵੇਂ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਡੂਮ ਚੰਡਾਲ ਹੋਵੇ, ਮਲੀਨ ਮਨ ਵਾਲਾ ਹੋਵੇ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਹੈ, ਪਰਮਾਤਮਾ ਦੀ ਸਿਵ ਸਲਾਹ ਹੈ, ਹੋਏ ਪੁਨੀਤ ਭਗਵੰਤ ਭਜਨ ਤੇ ਪਰਮਾਤਮਾ ਦਾ ਭਜਨ ਕਰਕੇ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ। ਤੇ ਇੱਥੇ ਬਸ ਨਹੀਂ ਕਹਿੰਦੇ ਆਪ ਤਾਰ ਤਾਰੇ ਕੁਲ ਦੋਏ, ਕਹਿੰਦੇ ਉਹ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੈਂਦਾ ਤੇ ਆਪਣੇ ਦੋਵੇਂ ਕੁਲਾਂ ਨੂੰ ਵੀ ਤਾਰ ਲੈਂਦਾ ਹੈ। ਉਹ ਕਿ ਆਪਣੇ ਜੀਵਨ ਨੂੰ ਪਵਿੱਤਰ ਕਰ ਲੈਂਦਾ ਹੈ, ਪਾਵਨ ਕਰ ਲੈਂਦਾ ਹੈ, ਤੇ ਜਿਹੜੇ ਨਾਲ ਜੁੜਦੇ ਨੇ ਉਹਨਾਂ ਨੂੰ ਵੀ ਤਾਰ ਲੈਂਦਾ ਹੈ। ਕਿਤੇ ਵਿਚਾਰ ਕਰੋ, ਜੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਾਏ ਬੁਲਾਰ ਨਾ ਜੁੜਦਾ ਤੇ ਅੱਜ ਰਾਏ ਬੁਲਾਰ ਨੂੰ ਕੋਈ ਜਾਣਦਾ? ਜੇ ਮਹਿਤਾ ਕਲਿਆਣ ਦਾਸ ਦਾ ਨਾਂ ਗੁਰੂ ਨਾਨਕ ਪਾਤਸ਼ਾਹ ਨਾਲ ਨਾ ਜੁੜਦਾ, ਉਹਨਾਂ ਨੂੰ ਕੌਣ ਜਾਣਦਾ? ਬੜੇ ਲੋਕ ਆਉਂਦੇ ਨੇ, ਸੰਸਾਰ ਵਿੱਚ ਚਲੇ ਜਾਂਦੇ ਨੇ, ਪਰ ਜਿਹੜੇ ਉਹਨਾਂ ਨਾਲ ਜੁੜਦੇ ਚਲੇ ਗਏ ਗੁਰੂ ਨਾਨਕ ਪਾਤਸ਼ਾਹ ਦੇ ਨਾਲ, ਤੇ ਉਹਨਾਂ ਦੇ ਨਾਮਾਂ ਨੂੰ ਅਸੀਂ ਜਾਣਦੇ ਨੇ। ਭਾਈ ਭਗੀਰਥ ਗੁਰੂ ਸਾਹਿਬ ਦਾ ਸਿੱਖ ਬਣਿਆ, ਦੁਨੀਆ ਜਾਣਦੀ ਹੈ। ਭਾਈ ਮਨਸੁਖ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣਿਆ, ਦੁਨੀਆ ਜਾਣਦੀ ਹੈ। ਜਾਂ ਉਹਨਾਂ ਦੇ ਜੀਜਾ ਜੈ ਰਾਮ ਜੀ, ਬੇਬੇ ਨਾਨਕੀ ਜੀ, ਜਿਹੜੇ ਪਾਤਰ ਉਹਨਾਂ ਨਾਲ ਜੁੜਦੇ ਗਏ, ਜੇ ਗੁਰੂ ਨਾਨਕ ਪਾਤਸ਼ਾਹ ਕਰਕੇ ਹੀ ਹੈ ਨਾ ਸਾਰਾ, ਕਿਉਂਕਿ ਆਪਣੇ ਆਪ ਨੂੰ ਉਹਨਾਂ ਨੇ ਸੰਸਾਰ ਵਿੱਚ ਪ੍ਰਗਟ ਕੀਤਾ, ਆਪਣੇ ਆਪ ਨੂੰ ਉਹਨਾਂ ਨੇ ਤਾਰਿਆ ਸੰਸਾਰ ਸਮੁੰਦਰ ਤੋਂ, ਇੱਥੇ ਨਿਰਲੇਪ ਰਹਿ ਕੇ ਤੇ ਲੋਕਾਂ ਨੂੰ ਨਿਰਲੇਪ ਰਹਿਣ ਦੀ ਜਾਚ ਸਿਖਾਈ ਕਿ ਆਪਾਂ ਕਿਵੇਂ ਮਾਇਆ ਵਿੱਚੋਂ ਨਿਰਲੇਪ ਰਹਿਣਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੇ ਸੈਣੇ, ਸਬਦ ਸੁਰਤ ਭਵ ਸਾਗਰ ਤਰੀਏ, ਨਾਨਕ ਨਾਮ ਬਖਾਣੇ। ਇਸ ਕਰਕੇ ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਹੈ, ਭਗਤ ਰਵਿਦਾਸ ਜੀ ਕਹਿੰਦੇ ਨੇ, ਉਹ ਆਪਣੇ ਆਪ ਨੂੰ ਤਾਂ ਸੰਸਾਰ ਸਮੁੰਦਰ ਤੋਂ ਤਾਰ ਹੀ ਲੈਂਦਾ ਹੈ ਤੇ ਆਪਣੀਆਂ ਦੋਵੇਂ ਕੁਲਾਂ ਨੂੰ, ਪਾਓ ਜਿਹੜੇ ਨਾਲ ਜੁੜਦੇ ਨੇ ਉਹਨਾਂ ਨੂੰ ਵੀ ਨਾਲ ਤਾਰ ਲੈਂਦਾ ਹੈ। ਫਿਰ ਕਹਿੰਦੇ ਧਨ ਸੋ ਗਾਉ, ਧਨ ਸੋ ਠਾਉ, ਧਨ ਪੁਨੀਤ ਕੁਟੰਬ ਸਭ ਲੋਏ, ਜਿਨ ਪਿਆ ਸਾਰ ਰਸ, ਤਜੇ ਆਨ ਰਸ, ਹੋਏ ਰਸ ਮਗਨ, ਡਾਰੇ ਵਿਖ ਖੋਏ। ਭਗਤ ਜੀ ਕਹਿਣ ਲੱਗੇ, ਸੰਸਾਰ ਵਿੱਚ ਉਹ ਪਿੰਡ ਜਿਹੜਾ ਉਹ ਮੁਬਾਰਕ ਹੈ ਜਿੱਥੇ ਕੋਈ ਐਸਾ ਭਗਤ ਰਹਿੰਦਾ ਹੈ। ਉਹਦਾ ਗਾਉਂ ਦਾ ਅਰਥ ਹੈ ਪਿੰਡ। ਤਾਂ ਗੁਰਬਾਣੀ 'ਚ ਲਿਖਿਆ ਕਿ ਸਾਤ ਧਰਤੀ ਪਹੀ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਹੇ ਹਰਿਆਵਲੇ, ਜਿਹਨੇ ਮੇਰਾ ਸਤਿਗੁਰ ਦੇਖਿਆ ਜਾਏ। ਉਹ ਜੰਤ ਵੀ ਹਰੇ ਭਰੇ ਹੋ ਜਾਂਦੇ ਨੇ ਜਿਨ੍ਹਾਂ ਨੇ ਸਤਿਗੁਰ ਨੂੰ ਦੇਖ ਲਿਆ, ਸਤਿਗੁਰ ਨੂੰ ਮਾਣ ਲਿਆ। ਭਗਤ ਜੀ ਕਹਿੰਦੇ ਨੇ ਸੰਸਾਰ ਵਿੱਚ ਉਹ ਪਿੰਡ ਮੁਬਾਰਕ, ਉਹ ਥਾਂ ਧਨਤਾ ਦੇ ਜੋਗ, ਧਨ ਪੁਨੀਤ ਕੁਟੰਬ ਸਭ ਲੋਏ। ਕਹਿੰਦੇ ਉਹ ਪਵਿੱਤਰ ਕੁਲ ਭਾਗਾਂ ਵਾਲੀ ਹੈ ਜਿਸ ਵਿੱਚ ਜੰਮ ਕੇ ਕਿਸੇ ਨੇ ਪਰਮਾਤਮਾ ਦਾ ਸ੍ਰੇਸ਼ਟ ਨਾਮ ਰਸ ਪੀਤਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਵਾਦ ਚੱਖਿਆ ਹੈ। ਕਹਿੰਦੇ ਉਹ ਕੁਲ ਵੀ ਭਾਗਾਂ ਵਾਲੀ ਹੈ। ਜਿਨ ਪਿਆ ਸਾਰ ਰਸ, ਜਿਨ੍ਹਾਂ ਨੇ ਨਾਮ ਦਾ ਸ੍ਰੇਸ਼ਟ ਰਸ ਪੀਤਾ, ਤਜੇ ਆਨ ਰਸ, ਤੇ ਹੋਰ ਮੰਦੇ ਜਿਹੜੇ ਰਸ ਨੇ ਜਿਨ੍ਹਾਂ ਨੇ ਛੱਡ ਦਿੱਤੇ। ਅਸੀਂ ਸਾਰ ਰਸ ਤਾਂ ਪੀਂਦੇ ਹਾਂ, ਪਰ ਗੁਸਤਾਖੀ ਮਾਫ ਕਰਨਾ, ਅਸੀਂ ਜਿਹੜੇ ਦੁਨਿਆਵੀ ਰਸ ਉਹ ਵੀ ਨਹੀਂ ਛੱਡਣਾ ਚਾਹੁੰਦੇ। ਇੱਕ ਤਾਂ ਉਹ ਨੇ ਜਿਹੜੇ ਕਿ ਸਾਰ ਰਸ ਪੀਂਦੇ ਹੀ ਨਹੀਂ, ਸ੍ਰੇਸ਼ਟ ਰਸ ਪੀਂਦੇ ਹੀ ਨਹੀਂ, ਪਰ ਜਿਹੜੇ ਸ੍ਰੇਸ਼ਟ ਰਸ ਪੀਂਦੇ ਨੇ ਉਹਨਾਂ ਵਿੱਚ ਵੀ ਵਿਰਲੇ ਨੇ ਜਿਹੜੇ ਕਿ ਮੰਦੇ ਰਸ ਜੀਵਨ 'ਚੋਂ ਤਿਆਗਣ ਵਾਸਤੇ ਐਗਰੀ ਹੁੰਦੇ ਨੇ। ਉਹ ਕਹਿੰਦੇ ਇਹ ਰਸ ਵੀ ਥੋੜ੍ਹਾ ਮਾਣਦੇ ਰਹੀਏ, ਪਰ ਉਹ ਰਸ ਛੱਡੀਏ ਨਾ। ਵਿਚਕਾਰ ਦਾ ਰਸਤਾ ਦੱਸੋ, ਕੋਈ ਵਿਚਕਾਰ ਦਾ ਰਸਤਾ ਦੱਸੋ, ਕੋਈ ਇਹ ਰਸਾਂ ਦੇ ਵਿੱਚ ਵੀ ਖਚਿਤ ਰਹੀਏ ਤੇ ਨਾਮ ਰਸ ਵੀ ਸਾਨੂੰ ਪ੍ਰਾਪਤ ਹੋ ਜਾਏ। ਕੋਈ ਵਿਚਕਾਰ ਦਾ ਹੈ ਰਸਤਾ ਤੁਹਾਡੇ ਕੋਲ? ਕੋਈ ਪਾਓ ਕਿ ਮੰਦੇ ਕੰਮ ਵੀ ਨਾ ਛੱਡਣੇ ਪੈਣ ਤੇ ਅਸੀਂ ਜੋ ਚੰਗੇ ਕੰਮ ਵੀ ਕਰਦੇ ਰਹੀਏ। ਚੰਗੇ ਕੰਮ ਤਾਂ ਹੀ ਜੀਵਨ ਨੂੰ ਚੰਗਾ ਕਰ ਸਕਦੇ ਹੈ ਜਦੋਂ ਅਸੀਂ ਮਾੜੇ ਕੰਮ ਛੱਡਣ ਵਾਸਤੇ ਤਿਆਰ ਹੋਵਾਂਗੇ। ਤੇ ਭਗਤ ਜੀ ਕਹਿਣ ਲੱਗੇ, ਕਹਿੰਦੇ ਜਿਨ੍ਹਾਂ ਨੇ ਚੰਗਾ ਸ੍ਰੇਸ਼ਟ ਨਾਮ ਰਸ ਪੀਤਾ,
ਤੇ ਜਿਨ੍ਹਾਂ ਨੇ ਤਜੇ ਆਨ ਰਸ ਹੋਰ ਮੰਦੇ ਰਸ ਛੱਡ ਦਿੱਤੇ, ਹੋਏ ਰਸ ਮਗਨ, ਜੋ ਪ੍ਰਭੂ ਦੇ ਨਾਮ ਰਸ ਵਿੱਚ ਮਸਤ ਹੋ ਗਏ। ਕਹਿਣਗੇ ਡਾਰੇ ਵਿਖ ਖੋਏ। ਉਹਨਾਂ ਨੇ ਵਿਕਾਰ ਵਾਸਨਾ ਦਾ ਜਿਹੜਾ ਜ਼ਹਿਰ ਸੀ ਆਪਣੇ ਅੰਦਰੋਂ ਸੁੱਟ ਦਿੱਤਾ, ਭਾਵ ਕਿ ਨਾਸ ਕਰ ਦਿੱਤਾ। ਉਹ ਮਾੜੇ ਰਸਾਂ ਵਿੱਚ ਫਿਰ ਮਗਨ ਨਹੀਂ ਰਹਿੰਦੇ, ਕਿਉਂਕਿ ਜਿੰਨਾ ਚਿਰ ਔਗੁਣ ਵਿਕਾਰ ਬੁਰਾਈਆਂ ਨਹੀਂ ਛੱਡਾਂਗੇ ਉਹਨਾਂ ਚਿਰ ਸਾਡਾ ਜੀਵਨ ਸਫਲਾ ਨਹੀਂ ਹੋਣਾ। ਨਾਮ ਰਸ ਦੀ ਪ੍ਰਾਪਤੀ ਦਾ ਅਰਥ ਹੀ ਇਹ ਹੈ ਕਿ ਅਸੀਂ ਉਹਨਾਂ ਰਸਾਂ ਨੂੰ ਤਿਆਗ ਦਈਏ ਜਿਹੜੇ ਰਸ ਸਾਨੂੰ ਦੁਖੀ ਕਰਦੇ ਹਨ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਇਹ ਰਸ ਪਹਿਚਾਣਿਆ। ਕਹਿੰਦੇ ਨੇ ਉਹ ਰਸ ਛਾੜੇ ਇਹ ਰਸ ਆਵਾ, ਇਹ ਰਸ ਪੀਆ ਉਹ ਰਸ ਨਹੀਂ ਭਾਵਾ। ਜਿਨ੍ਹਾਂ ਨੇ ਨਾਮ ਦਾ ਰਸ ਲਿਆ ਨਾ, ਉਹਨਾਂ ਨੂੰ ਫਿਰ ਸੰਸਾਰ ਦੇ ਰਸ ਚੰਗੇ ਨਹੀਂ ਲੱਗਦੇ। ਰਾਮ ਰਸ ਪੀਆ ਰੇ ਜੇ ਰਸ ਵਿਸਰ ਗਏ ਰਸ ਔਰ। ਸੱਚੀ ਮੁੱਚੀ ਜਿੰਨਾ ਪੂਰਨ ਤੌਰ ਤੋਂ ਨਾਮ ਦਾ ਰਸ ਅਸੀਂ ਪੀ ਲਿਆ ਨਾ, ਆਓ ਕਿ ਇੱਕ ਪਾਸੇ ਹੋ ਗਏ। ਜਦੋਂ ਤੱਕ ਇੱਕ ਪਾਸੇ ਨਹੀਂ ਹੁੰਦੇ ਔਰ ਜਦੋਂ ਤੱਕ ਇਸ ਰਸਤੇ ਦੇ ਉੱਤੇ ਨਹੀਂ ਤੁਰਦੇ, ਉਹਨਾਂ ਚਿਰ ਜੀਵਨ ਦੇ ਵਿੱਚ ਇਹ ਤਬਦੀਲੀ ਨਹੀਂ ਆਉਂਦੀ। ਇਸ ਕਰਕੇ ਜੇ ਚਾਹੁੰਦੇ ਸਾਡੇ ਜੀਵਨ 'ਚ ਤਬਦੀਲੀ ਆਵੇ, ਸਾਡਾ ਜੀਵਨ ਤਬਦੀਲ ਹੋਵੇ, ਤਾਂ ਉਸ ਵਾਸਤੇ ਸਾਨੂੰ ਫਿਰ ਹੋਰ ਰਸ ਜਿਹੜੇ ਨੇ, ਵਿਕਾਰ ਵਾਸਨਾ ਵਾਲਾ ਜਿਹੜਾ ਜ਼ਹਿਰ ਰੂਪੀ ਰਸ ਹੈ ਨਾ, ਇਸ ਨੂੰ ਜੀਵਨ 'ਚੋਂ ਤਿਆਗਣਾ ਹੀ ਪੈਣਾ ਹੈ। ਅਤੇ ਭਗਤ ਜੀ ਜਿਨ੍ਹਾਂ ਨੇ ਇਹ ਤਿਆਗ ਦਿੱਤੇ, ਜਿਨ੍ਹਾਂ ਨੇ ਐਸਾ ਜੀਵਨ ਕਰ ਲਿਆ ਕਿ ਪਰਮਾਤਮਾ ਦੇ ਨਾਮ ਰੂਪੀ ਰਸ ਵਿੱਚ ਮਗਨ ਹੋ ਗਏ। ਕਹਿੰਦੇ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਕਹਿੰਦੇ ਉਹ ਮਨੁੱਖ ਜਿਹੜੇ ਨੇ, ਪੰਡਤ ਦਾ ਅਰਥ ਹੈ ਵਿਦਵਾਨ, ਭਾਵ ਕਿ ਕੋਈ ਭਾਰਾ ਪੰਡਤ ਹੋਵੇ। ਸੂਰ ਦਾ ਅਰਥ ਹੈ ਸੂਰਮਾ ਹੋਵੇ। ਛਤਰਪਤ ਦਾ ਅਰਥ ਹੈ ਕੋਈ ਛਤਰਪਤੀ ਰਾਜਾ ਹੋਵੇ। ਭਗਤ ਬਰਾਬਰ ਔਰ ਨਾ ਕੋਈ। ਪਰ ਕੋਈ ਵੀ ਮਨੁੱਖ ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਦੇ ਬਰਾਬਰ ਦਾ ਨਹੀਂ ਹੈ। ਜੋ ਪਰਮਾਤਮਾ ਦੀ ਭਗਤੀ ਕਰਦਾ ਹੈ ਉਸ ਭਗਤ ਦੇ ਬਰਾਬਰ ਦਾ ਨਹੀਂ ਹੋ ਸਕਦਾ। ਜਿਸਨੇ ਪਰਮਾਤਮਾ ਦੀ ਭਗਤੀ ਕੀਤੀ, ਰੱਬ ਦਾ ਸਿਮਰਨ ਕੀਤਾ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ, ਉਸਦੀ ਰਜ਼ਾ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਂਦਾ, ਉਸਦੀ ਬਰਾਬਰੀ ਦਾ ਕੋਈ ਵੀ ਨਹੀਂ ਹੈ। ਕਹਿੰਦੇ ਜੈਸੇ ਪੁਰੇਨ ਪਾਤ ਰਹੇ ਜਲ ਸਮੀਪ, ਪਦ ਰਵਿਦਾਸ ਜਨਮੇ ਜਗ ਹੋਏ। ਭਗਤ ਰਵਿਦਾਸ ਜੀ ਆਖਦੇ ਨੇ ਕਿ ਭਗਤ ਦਾ ਜੰਮਣਾ ਜਗਤ ਵਿੱਚ ਮੁਬਾਰਕ ਹੈ, ਕਿਉਂਕਿ ਉਹ ਪ੍ਰਭੂ ਦੇ ਚਰਨਾਂ ਵਿੱਚ ਰਹਿ ਕੇ ਆਤਮਿਕ ਜੀਵਨ ਜਿਉਂਦਾ ਰਹਿੰਦਾ ਹੈ। ਜਿਵੇਂ ਚੌਪੱਤੀ ਪਾਣੀ ਦੇ ਨੇੜੇ ਰਹਿ ਕੇ ਹੀ ਹਰੀ ਭਰੀ ਰਹਿ ਸਕਦੀ ਹੈ, ਇਸ ਤਰ੍ਹਾਂ ਰੱਬ ਦਾ ਪਿਆਰਾ ਰੱਬ ਦੇ ਚਰਨਾਂ ਨਾਲ ਜੁੜ ਕੇ ਹੀ ਹਰਾ ਭਰਾ ਰਹਿ ਸਕਦਾ ਹੈ। ਗੁਰੂ ਨਾਲ ਜੁੜ ਕੇ ਹੀ ਸਿੱਖ ਜਿਹੜਾ ਹੈ ਉਹ ਖੁਸ਼ਹਾਲ ਰਹਿ ਸਕਦਾ ਹੈ। ਉਹਦੇ ਅੰਦਰ ਦੀ ਹਰਿਆਵਲ ਇਸ ਦੇ ਵਿੱਚ ਹੀ ਹੈ ਕਿ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੋਕੇ ਕਾਸ਼ਟ ਹਰਿਆ। ਉਸ ਤੋਂ ਬਿਨਾਂ ਨਹੀਂ। ਜਿਵੇਂ ਚੌਪੱਤੀ ਦਾ ਜਿਹੜਾ ਬੂਟਾ ਹੈ, ਕਹਿੰਦੇ ਨੇ ਉਹ ਪਾਣੀ ਦੇ ਨੇੜੇ ਹੀ ਹਰਾ ਭਰਾ ਰਹਿ ਸਕਦਾ ਹੈ, ਕਿਉਂਕਿ ਉਹ ਪਾਣੀ ਦੇ ਵਿੱਚੋਂ ਹੀ ਉਗਦਾ ਹੈ, ਪਾਣੀ ਵਿੱਚ ਹੀ ਸਮਾਪਤ ਹੋ ਜਾਂਦਾ ਹੈ। ਇਸ ਕਰਕੇ ਜਿਵੇਂ ਪ੍ਰੇਨ ਪਾਤ ਪਾਣੀ ਦੇ ਵਿੱਚ ਹੀ ਉਗਦੇ ਨੇ, ਉਹਦੇ ਨੇੜੇ ਹੀ ਹਰੇ ਭਰੇ ਰਹਿੰਦੇ ਨੇ, ਇਸ ਤਰ੍ਹਾਂ ਹੀ ਕੋਈ ਪਰਮਾਤਮਾ ਦੇ ਨਾਲ ਜੁੜ ਕੇ ਹੀ ਹਰਾ ਭਰਾ ਰਹਿ ਸਕਦਾ ਹੈ, ਪਰਮਾਤਮਾ ਨਾਲ ਜੁੜ ਕੇ ਹੀ ਖਿੜਿਆ ਰਹਿ ਸਕਦਾ ਹੈ। ਕਿਉਂਕਿ ਉਹੀ ਹੈ ਜਿਹੜਾ ਖਿੜਾਉਣ ਵਾਲਾ ਹੈ। ਮੋਲੀ ਧਰਤੀ ਮੋਲਿਆ ਆਕਾਸ਼, ਕਟ ਕਟ ਮੋਲਿਆ ਆਤਮ ਪ੍ਰਕਾਸ਼। ਉਸ ਦੇ ਨਾਲ ਜੁੜ ਕੇ ਹੀ ਧਰਤੀ ਖਿੜ ਸਕਦੀ ਹੈ, ਆਕਾਸ਼ ਖਿੜ ਸਕਦਾ ਹੈ, ਸੰਸਾਰ ਖਿੜ ਸਕਦਾ ਹੈ। ਸਾਰੀਆਂ ਚੀਜ਼ਾਂ ਖਿੜੀਆਂ ਉਸ ਦੇ ਨਾਲ ਜੁੜ ਕੇ ਨੇ। ਜਦੋਂ ਅਸੀਂ ਉਸ ਦੇ ਨਾਲ ਜੁੜ ਜਾਵਾਂਗੇ, ਸਾਨੂੰ ਵੀ ਅਸਲ ਵਿੱਚ ਸੱਚੀ ਖੇੜਾ ਜਿਹੜਾ ਉਸ ਦਿਨ ਆਵੇਗਾ, ਜਿਸ ਦਿਨ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਾਂਗੇ, ਉਹਦੀ ਭਗਤੀ ਕਰਾਂਗੇ, ਬੰਦਗੀ ਕਰਾਂਗੇ। ਸੋ ਉਸ ਪਰਮਾਤਮਾ ਦਾ ਸਿਮਰਨ ਇੱਕ ਤਾਂ ਨੀਵਿਆਂ ਨੂੰ ਉੱਚਾ ਕਰ ਦਿੰਦਾ ਹੈ, ਇੱਕ ਉਸ ਦਾ ਜਿਹੜਾ ਸਿਮਰਨ ਹੈ ਜੀਵਨ ਵਿੱਚ ਜੇ ਚਾਹੁੰਦੇ ਆਨੰਦ ਦੀ ਪ੍ਰਾਪਤੀ ਹੋਵੇ, ਖੇੜੇ ਦੀ ਪ੍ਰਾਪਤੀ ਹੋਵੇ, ਫਿਰ ਉਸ ਦੀ ਬੰਦਗੀ ਕਰੀਏ, ਉਸ ਦਾ ਸਿਮਰਨ ਕਰੀਏ। ਇਹ ਪ੍ਰੇਰਨਾ ਦੇ ਰਹੇ ਨੇ ਭਗਤ ਰਵਿਦਾਸ ਜੀ ਅੱਜ ਦੇ ਪਾਵਨ ਸ਼ਬਦ ਵਿੱਚ। ਇੱਕ ਅਰਦਾਸ ਆਪਣੇ ਵਾਸਤੇ ਕਰਕੇ ਜਾਓ ਸਾਰੇ ਕਿ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੂੰ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੀ ਭਗਤੀ ਵਿੱਚ, ਆਪਣੇ ਸਿਵ ਸਲਾਹ ਵਿੱਚ ਸਾਨੂੰ ਵੀ ਜੋੜ,
ਕਿਉਂਕਿ ਸਿਫਤ ਸਲਾਹ ਹੀ ਇੱਕ ਐਸੀ ਦਾਤ ਹੈ ਮੇਰੇ ਮਾਲਕ ਪ੍ਰਭੂ ਦੀ ਜੋ ਸਾਨੂੰ ਭਵ ਸਾਗਰ ਤੋਂ ਪਾਰ ਕਰ ਸਕਦੀ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਜਿਨ੍ਹਾਂ ਨੇ ਸਿਫਤ ਸਲਾਹ ਕਰ ਲਈ ਉਹ ਭਵ ਸਾਗਰ ਤੋਂ ਪਾਰ ਹੋ ਗਏ। ਇਤਨੇ ਵਚਨ ਪ੍ਰਵਾਨ। ਬਹੁਤ ਧੰਨਵਾਦ। ਆਪ ਸਾਰਿਆਂ ਦਾ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।